प्रोग्राम पटवारी विरसे तुसा ने मेज़बान चोरी है नवाज पटाना एक दफ़ा फिर तुसा की खुश आमदीद आखना। अज असा मौजूद हाँ जंद अवान जड़ा कि तहसील ज़िला चकवाल ना आखिरी ग्रां अदूद ने लिहाज इस तो बाद अगे तोंग ग्रां शुरू हो जाना और ज़िला पिंडी ना इलाका शुरू हो जाना। इस ग्रां की जड़ी सब तो बड़ी वजह जिस वजह तो अस आए हैं वैसे तो तारीख अस हर ग्रां ही दसने हैं मगर इतने सुबदार अब्दुल खालिक साहब मरूम जिन्हें की बर्ड ऑफ एशियन खिताब मिले और इस ग्रां की वो वजह शोहरत भी उन्होंने भी कोशिश करने मुख्तसर तारीख तुसा तक पहुँचाने और इस ग्रां की तारीख तुसा तक पहुँचाने। जी असा इस टाइम मौजूद हाँ जांदा वन ग्रां च और कोशिश करने मुख्तसर टाइम इस ग्रां की हिस्ट्री तुसां तक पहुँचाइए। असाने भाई इश्तियाक साहब मौजूद न इन्हों को सब तो पहले पूछने इसकी वजह तस्मिया। जी इश्तियाक साहब। बिस्मिल्लाहिर्रहमानिर्रहीम। जिस तरह के असा ने ग्रां ना
ਜੰਦ ਆਵਾਨ ਹੈ, ਇਹ ਸਾਡੇ ਇੱਕ ਬਹੁਤ ਹੀ ਪੁਰਾਣੇ ਬਾਵੇ ਜੰਦ ਹੋਰੀ ਬਜ਼ੁਰਗ ਦੱਸਦੇ ਨੇ ਕਿ ਕੋਈ ਜੰਦ ਨਾਂ ਤੋਂ ਇੱਕ ਬਜ਼ੁਰਗ ਆਏ ਸਨ ਇੱਥੇ ਜੀ ਤੇ ਉਹਨਾਂ ਦਾ ਬੇਸਿਕ ਜਿਹੜਾ ਗ੍ਰਾਂ ਆ ਮਸਤਾਲਾ ਆ। ਅੱਛਾ ਤੇ ਮਸਤਾਲੇ ਦੀ ਤਾਰੀਖ ਅਗਰ ਅਸਾਂ ਤੱਕੀਏ ਤੇ ਮਸਤਾਲੇ ਦੀ ਤਾਰੀਖ ਬਣਦੀ ਹੈ ਤਕਰੀਬਨ 1671 72 ਦੀ 70 71 ਦੀ ਬਣਦੀ ਹੈ ਤੇ ਜ਼ਹਿਰੇ 1670 71 ਤੋਂ ਬਾਅਦ ਦੀ ਇਹ ਉੱਥੇ ਆਏ ਨੇ ਤੇ ਉਹਨਾਂ ਦੇ ਨਾਂ ਤੋਂ ਇਹ ਅਸਾਂ ਨੇ ਗ੍ਰਾਂ ਦਾ ਨਾਂ ਜੰਦ ਪਿਆ ਤੇ ਜੰਦਾਂ ਲਈ ਬੰਨ ਹਾਲੀ ਵੀ ਉੱਥੇ ਮਸਤਾਲੇ ਵਿੱਚੋਂ ਮਸ਼ਹੂਰ ਹੈ। ਠੀਕ ਹੋ ਗਿਆ ਤੇ ਇਹ ਮਤਲਬ ਉਸ ਟਾਈਮ ਨਾ ਆਬਾਦ ਹੈ ਜੀ, ਉਸ ਟਾਈਮ ਦਾ ਬਾਅਦ ਹੈ। ਹੋ ਗਿਆ। ਅੱਛਾ ਇਹ ਦੱਸੋ ਕਿ ਇਸ ਨਾ ਮੱਲੇ ਵਕੂ ਇਸਨੇ ਮਸ਼ਰਕ ਵਾਲੇ ਪਾਸੇ ਕਿਹੜਾ ਗ੍ਰਾਂ, ਮਗਰਬ ਵਾਲੇ ਪਾਸੇ ਕਿਹੜਾ, ਸ਼ਮਾਲਨ ਜਨੂਬ? ਅਗਰ ਤੇ ਤੁਸੀਂ ਇਸ ਗ੍ਰਾਂ ਤੋਂ ਮਗਰਬ ਵਾਲੇ ਸ਼ਹਿਰ ਤੇ ਵੇਖੋ ਤੇ ਬਹੁਤ ਵੱਡੇ ਦੋ ਤਰ੍ਹਾਂ ਗ੍ਰਾਂ ਨੇ, ਜੀ ਜੀ ਟੋਡਾ ਹੈ, ਜੀ ਲੰਗਾ ਹੈ, ਲਵੇਸਰ ਹੈ। ਸਹੀ ਹੈ ਉਸ ਤੋਂ ਬਾਅਦ ਅਗਰ ਤੁਸੀਂ ਸ਼ਮਾਲ ਵਾਲੀ ਸਾਈਡ ਤੇ ਵੇਖੋ ਟੋਂਗ, ਤਰਾਟੀ ਹੈ, ਨਾਲ ਹੀ ਅੱਗੇ ਮਸਤਾਲਾ ਹੈ। ਠੀਕ ਹੈ ਮਸ਼ਰਕ ਨੂੰ ਵੇਖੋ ਤੇ ਚੌਂਤਰੀਆਂ, ਨਾੜਾ ਮੋਗਲਾ, ਆਫੀ ਤੇ ਨਾਲ ਹੀ ਸਾਡੇ ਮੁਲੱਕਾ ਗ੍ਰਾਂ ਹੈ, ਸੌਵੀ ਹੈ। ਠੀਕ ਹੈ ਤੇ ਜਨੂਬ ਵਾਲੇ ਸਾਈਡ ਤੇ ਜੂੜ ਵਗੈਰਾ ਪੈਂਦਾ ਹੈ, ਠੀਕ ਹੋ ਗਿਆ ਮੁਲਿਆ, ਔਰ ਉਸ ਤੋਂ ਅੱਗੇ ਮੁਲਿਆਲ ਮੋਗਲਾ ਹੈ। ਠੀਕ ਹੈ ਇਹ ਹੈ ਵੀ ਜਿਹੜਾ ਬਾਰਡਰ ਅਪਰੇ ਚਕਵਾਲ ਨੇ। ਜੀ ਜੀ, ਇਹ ਸਾਡਾ ਤਕਰੀਬਨ ਇਹ ਸਮਝੋ ਕਿ ਸਾਡਾ ਜਿਹੜਾ ਅੱਡਾ ਪੀਰ ਫਲਾਈ ਲੱਗਦਾ ਹੈ ਨਾ ਸਾਨੂੰ, ਜੀ ਜੀ ਇੱਥੇ ਆ ਕੇ ਤੇ ਚਕਵਾਲ ਦੀ ਹੱਦ ਖਤਮ ਹੋ ਜਾਂਦੀ ਹੈ। ਠੀਕ ਹੈ ਇੱਥੇ ਇਹ ਬਾਉਂਡਰੀ ਹੈ ਤਿੰਨਾਂ ਜ਼ਿਲ੍ਹਿਆਂ ਦੀ। ਬਾਉਂਡਰੀ ਵਾਲ ਜੀ ਜੀ, ਇੱਕ ਤਾਂ ਜ਼ਿਲ੍ਹਾ ਜੇਹਲਮ ਇੱਥੋਂ ਸਟਾਰਟ ਹੁੰਦਾ ਹੈ, ਸਹੀ ਨਾਲ ਹੀ ਜ਼ਿਲ੍ਹਾ ਰਾਵਲਪਿੰਡੀ ਵੀ ਸਟਾਰਟ ਹੁੰਦਾ ਹੈ, ਪਿੰਡੀ ਅੱਗੇ ਨਾਲ। ਇੱਥੋਂ ਹੀ ਸਟਾਰਟ ਹੁੰਦਾ ਹੈ ਜ਼ਿਲ੍ਹਾ ਚਕਵਾਲ ਵੀ। ਅਸਾਂ ਇਹ ਖਿੱਤੇ ਦੇ ਬਾਉਂਡਰੀ ਤੇ ਪਏ ਹੋਏ ਹਾਂ। ਠੀਕ ਹੋ ਗਿਆ। ਹਾਂਜੀ, ਤੇ ਇਸ ਨਾ ਰਕਬੇ ਨਾ ਕੋਈ ਅੰਦਾਜ਼ਾ ਵੈਸੇ ਤਕਰੀਬਨ ਕਿਤਨਾ ਇਹ ਸਾਡੇ ਮੌਜ਼ੇ ਦਾ ਰਕਬਾ ਅੰਦਾਜ਼ਨ 13,000 ਕਨਾਲ ਲਗਭਗ ਹੈ ਰਕਬਾ ਇਸ ਦਾ। ਠੀਕ ਹੈ ਜੀ ਜੀ। ਔਰ ਇਸ ਨੀ ਆਬਾਦੀ ਜਿਹੜੀ ਹੈ ਆਬਾਦੀ ਤੇ ਤਕਰੀਬਨ ਇਸ ਦੇ ਲਗਭਗ 400 ਘਰ ਹੈ ਠੀਕ ਹੈ ਤੇ ਇਸ ਦੇ ਵਿੱਚ ਤਕਰੀਬਨ ਵੋਟ ਜਿਹੜਾ ਹੈ ਆਸਾਨਾ ਤਕਰੀਬਨ ਰਜਿਸਟਰਡ ਵੋਟ ਜਿਹੜਾ ਹੈ 2,500 ਵੋਟ ਹੈ ਇਸ ਦਾ। ਠੀਕ ਹੈ ਹਾਂਜੀ, ਤੇ ਜ਼ਰੀਏ ਮਾਸ਼ ਲੋਕਾਂ ਨਾਲ ਇਹ ਖੇਤੀਬਾੜੀ ਹੈ ਤੇ ਜ਼ਿਆਦਾ। ਫਿਰ ਉਸ ਤੋਂ ਇਲਾਵਾ ਸਰਵਿਸੇਬਲ ਨੇ, ਪਾਕ ਫੌਜ ਦੇ ਵਿੱਚ ਜ਼ਿਆਦਾਤਰ ਨੇ ਲੋਕ। ਅਕਸਰੀਅਤ ਹੈ। ਜੀ ਅਕਸਰੀਅਤ ਹੈ। ਤੇ ਅਸਾਂ ਕੀ ਇਹ ਦੱਸੋ ਸਰ ਕਿ ਇਸ ਗ੍ਰਾਂ ਜਾਂ ਨਾਮਵਰ ਸ਼ਖਸੀਅਤਾਂ ਉਹਨਾਂ ਦਾ ਮੁਖਤਸਰ ਜਿਹਾ ਤਜ਼ਕਰਾ ਹੋ ਜਾਵੇ। ਜੀ ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲੇ ਵੀ ਇੰਟਰਵਿਊ ਦੇ ਚੁੱਕਿਆ ਕਿ ਇਸ ਗ੍ਰਾਂ ਦੇ ਸਭ ਤੋਂ ਪਹਿਲੇ ਸਨ 52 53 54 ਤੋਂ ਲੈ ਕੇ ਸੁਬਦਾਰ ਅਬਦੁਲ ਖਾਲਕ ਸਾਹਿਬ ਬਰਡ ਆਫ ਏਸ਼ੀਆ ਜਿਹੜੇ ਮੇਰੇ ਤਾਇਆ ਸਾਹਿਬ ਸਨ, ਜੀ ਔਰ ਉਹਨਾਂ ਦੇ ਛੋਟੇ ਭਾਈ ਆਨਰੀ ਕੈਪਟਨ ਅਬਦੁਲ ਮਾਲਿਕ ਸਾਹਿਬ ਓਲੰਪੀਅਨ ਐਥਲੀਟ, ਔਰ ਉਹਨਾਂ ਦੇ ਛੋਟੇ ਭਾਈ ਮਾਸਟਰ ਅਲਤਾਫ ਸਾਹਿਬ ਸਹੀ ਜਿਹੜੇ ਕਬੱਡੀ ਦੇ ਇੱਕ ਨਾਮਵਰ ਪਲੇਅਰ ਸਨ। ਸਹੀ ਇਸ ਤੋਂ ਇਲਾਵਾ ਸਾਡੀ ਇੱਕ ਨਹਾਇਤ ਹੀ ਨਾਮਵਰ ਸ਼ਖਸੀਅਤ ਲੈਫਟੀਨੈਂਟ ਜਨਰਲ ਰਿਟਾਇਰਡ ਅਬਦੁਲ ਮਜੀਦ ਮਲਕ ਸਾਹਿਬ, ਅੱਲਾਹ ਤਾਲਾ ਜ਼ਾਤ ਪਾਕ ਉਹਨਾਂ ਨੂੰ ਜਲਦ ਫਿਰਦੌਸ ਜਗ੍ਹਾ ਅਤਾ ਫਰਮਾਏ। ਆਮੀਨ। ਉਹ ਸਨ ਬੜੇ ਅਰਸੇ ਤੱਕ ਉਹ ਆਪਣੇ ਇਕਤਦਾਰ ਵਿੱਚ ਰਹੇ ਔਰ MNA ਰਹੇ ਨੇ। ਸਹੀ ਉਸ ਤੋਂ ਬਾਅਦ ਉਹਨਾਂ ਦੇ ਭਤੀਜੇ ਮੇਜਰ ਤਹਿਰ ਇਕਬਾਲ ਸਾਹਿਬ ਸਹੀ ਸਾਬਕਾ MNA ਵੀ ਰਹਿ ਚੁੱਕੇ ਠੀਕ ਤੇ ਨਈਮ ਅਸਗਰ ਸਾਹਿਬ। ਉਸ ਤੋਂ ਇਲਾਵਾ ਅਗਰ ਦੇਖਿਆ ਜਾਏ ਤੇ ਸਾਡੇ ਜੰਜੂਆ ਬਰਾਦਰੀ ਦੇ ਨੇ ਬ੍ਰਿਗੇਡੀਅਰ ਨਸੀਰ ਸਾਹਿਬ, ਸਹੀ ਅਲਹਮਦੁਲਿल्लाह ਨਹਾਇਤ ਹੀ ਅੱਛੀ ਸ਼ਖਸੀਅਤ ਦੇ ਮਾਲਕ, ਸਹੀ ਬ੍ਰਿਗੇਡੀਅਰ ਅਹਿਮਦ ਮਦਨੀ ਸਾਹਿਬ, ਸਹੀ ਕਰਨਲ ਆਸਫ ਸਾਹਿਬ ਸਹੀ ਤੇ ਇਸ ਤਰ੍ਹਾਂ ਦੀਆਂ ਕਾਫੀ ਸ਼ਖਸੀਅਤਾਂ, ਕਰਨਲ ਆਫਤਾਬ ਸਾਹਿਬ ਹੋ ਗਏ, ਕਰਨਲ ਆਫਤਾਬ ਸਾਹਿਬ ਅਲਹਮਦੁਲਿल्लाह ਇਹ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣਾ ਇਸ ਨਾਂ ਪੈਦਾ ਕੀਤਾ ਹੈ ਪਾਕਿਸਤਾਨ ਦੇ ਵਿੱਚ। ਸਹੀ ਔਰ ਕਰਨਲ ਅਨਵਰ ਸਾਹਿਬ ਹੋ ਗਏ, ਸਹੀ ਇਹ ਉਹ ਲੋਕ ਨੇ ਜਿਹੜੇ ਆਰਮੀ ਨਾਲ ਰਿਲੇਟਡ ਨੇ ਔਰ ਇੱਕ ਆਮ ਮਤਲਬ ਹੈ ਕਿ ਰੈਂਕ ਦੇ ਤੋਂ ਵਾਪਸ ਆਏ, ਫੈਜ਼ ਹੋਏ ਨੇ। ਠੀਕ ਹੋ ਜੀ ਜੀ। ਮਾਸ਼ਾਅੱਲਾ। ਤੇ ਕੰਮ ਨੇ ਲਿਹਾਜ਼ ਨਾਲ ਅਗਰ ਤੱਕਿਆ ਜੁਲੇ ਦੇ ਇਹ ਕੋਈ ਤਰੱਕਿਆਤੀ ਕੰਮ ਹੀ ਹੋਏ ਨੇ? ਜੀ ਤਰੱਕਿਆਤੀ ਕੰਮ ਕਾਫੀ ਹੋਏ ਨੇ। ਜੀ ਅਸਾਂ ਤੇ ਦੁਆ ਗੋ ਉਹਨਾਂ ਦੇ ਬਜ਼ੁਰਗਾਂ ਦੇ, ਜਨਰਲ ਸਾਹਿਬ ਦੇ, ਅੱਛਾ ਤੇ ਜਿਨ੍ਹਾਂ ਨੇ ਕਾਫੀ ਇਕਤਦਾਰ ਰਿਹਾ ਇੱਥੇ, ਕਾਫੀ ਇੱਥੇ ਕੰਮ ਕਰਾਏ ਨੇ, ਆਪਣੇ ਸਕੂਲ ਬਣੇ ਨੇ, ਹਸਪਤਾਲ ਬਣੇ ਨੇ। ਅਲਹਮਦੁਲਿल्लाह ਉਹਨਾਂ ਨਾਲ ਬੜਾ ਇੱਕ ਕਿਰਦਾਰ ਹੈ। ਮਾਸ਼ਾਅੱਲਾ। ਦੇਖੋ ਜੀ, ਜਿਹੜਾ ਬੰਦਾ ਇੱਕ ਸਨ 85 ਤੋਂ ਲੈ ਕੇ ਹੁਣ ਤੱਕ ਇਕਤਦਾਰ ਵਿੱਚ ਰਿਹਾ, ਆਖਰ ਉਸ ਦੀ ਕੋਈ ਵਜੂਹਾਤ ਹੁੰਦੀ ਹੈ ਤਾਂ ਹੀ ਬੰਦਾ ਰਹਿੰਦੇ। ਨਹੀਂ ਤੇ ਮਸਲਸਲ ਬੜਾ ਮੁਸ਼ਕਲ ਹੈ। ਮੁਸਲਸਲ ਬਹੁਤ ਮੁਸ਼ਕਿਲ ਠੀਕ ਹੋ ਗਿਆ। ਤੇ ਕੌਮਾਂ ਕਿਹੜੀਆਂ ਆਬਾਦ ਹਨ ਜੀ? ਇਸ ਦੇ ਵਿੱਚ ਜੀ ਆਵਾਨ ਬਰਾਦਰੀ ਹੈ, ਮਲਕ ਬਰਾਦਰੀ ਹੈ, ਅਰਾਈ ਬਰਾਦਰੀ ਹੈ, ਹਰ ਕਿਸਮ ਦੀ ਕੌਮ ਇਸ ਦੇ ਵਿੱਚ ਸਾਰੀਆਂ ਭਾਈ ਜੀ। ਠੀਕ ਇੱਕ ਹੋਰ ਬਹੁਤ ਸਾਡੀ ਮਸ਼ਹੂਰ ਸ਼ਖਸੀਅਤ ਅਲਹਾਜ ਹਾਜੀ ਹਫੀਜ਼ ਸਾਹਿਬ, ਅੱਛਾ
अल्लाह ताला ज़ात पाक उन्होंने जन्नतुल फिरदौस दी जगह अता फरमाए। ਉਹ ਸਾਡੇ ਇੱਕ ਤੇ ਸਕੂਲ ਟੀਚਰ ਸਨ, ਹੈਡਮਾਸਟਰ ਸਨ, ਤੇ ਦੂਸਰਾ ਸਾਡੇ ਜਾਮੇ ਮਸਜਿਦ ਦੇ ਉਹ ਇਮਾਮ ਸਾਹਿਬ ਸਨ, ਬਹੁਤ ਹੀ ਇੱਕ ਆਲਾ ਸ਼ਖਸੀਅਤ ਸਨ। ਸਹੀ ਉਹ ਰਹਿ ਚੁੱਕੇ, ਉਹਨਾਂ ਨੇ ਵੀ ਇਸ ਗ੍ਰਾਂ ਦਾ ਨਾਂ ਕਾਫੀ ਬੁਲੰਦ ਕੀਤਾ ਹੈ। ਠੀਕ ਹੋ ਹਾਂਜੀ। ਤੇ ਤਾਰੀਖੀ ਇਮਾਰਤਾਂ 'ਚ ਅਗਰ ਜ਼ਿਕਰ ਕਰੀਏ, ਕਿਉਂਕਿ ਪੁਰਾਣੀਆਂ ਇਮਾਰਤਾਂ ਦੇ ਤਕਰੀਬਨ ਜਿੱਥੇ ਜਿੱਥੇ ਅਸੀਂ ਜਾਣੇ ਨਾ ਜ਼ਿਆਦਾਤਰ ਖਤਮ ਹੀ ਹੋ ਗਈ। ਜੀ ਜੀ ਖਤਮ ਹੋ ਗਏ ਨੇ। ਤੇ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਜੀ ਜੀ, ਇਸ ਜਗ੍ਹਾ ਨਾਲ ਕੋਈ ਮੁਖਤਸਰ ਜਿਹਾ ਤਾਰਫ ਕਰਾਓ। ਇਹ 11 ਕਬਰਾਂ ਨੇ ਜੀ, ਅਸਾਂ ਇਹਨਾਂ ਨੂੰ ਸ਼ਹੀਦ ਪਾਕ ਦੇ ਨਾਂ ਤੋਂ ਪੁਕਾਰਦੇ ਹਾਂ। ਠੀਕ ਹੈ। ਇਹ ਜਿਹੜੀ ਬਿਲਡਿੰਗ ਤੁਸੀਂ ਤੱਕਨੇ ਹੋ ਪਏ ਹੁਣ ਬਣੀ ਹੋਈ ਹੈ, ਇਹ ਇਜਤਮਾਈ ਤੌਰ ਤੇ ਇਸ ਗ੍ਰਾਂ ਨਹੀਂ ਤਗੋ ਦੋ ਨਾਲ ਮਿਹਨਤ ਨਾਲ ਚਾਚੇ ਸਾਡੇ ਇੱਕ ਮਤਵਲੀ ਨੇ ਇਸ ਜਗ੍ਹਾ ਦੇ, ਠੀਕ ਹੈ। ਲਤੀਫ ਸਾਹਿਬ, ਠੀਕ ਹੈ। ਇਹ ਉਹਨਾਂ ਦੀ ਇੰਤਹਾ ਦੀ ਕੋਸ਼ਿਸ਼ ਹੈ ਸਹੀ ਤੇ ਹੈ। ਨਾਲ ਇਜਤਮਾਈ ਤੌਰ ਤੇ ਅਹਿਲ ਇਲਾਕਾ ਇਸ ਗ੍ਰਾਂ ਦੀ ਤਾਵਨ ਦੇ ਨਾਲ ਇਹ ਇਮਾਰਤ ਬਣੀ ਹੈ। ਪਹਿਲੇ ਇੱਕ ਨੱਕਾ ਜਿਹਾ ਹੁੰਦਾ ਆ, ਠੀਕ। ਇਸ ਦੇ ਉੱਤੇ ਇਹ ਕਬਰਾਂ ਸਨ ਤੇ ਜਿਹੜੇ ਅਸਾਂ ਦੀ ਯਾਦ ਤੋਂ ਬਹੁਤ ਪਹਿਲੇ ਦੀਆਂ ਕਿਸੇ ਦੌਰ ਦੇ ਵਿੱਚ ਇਹ ਸ਼ਹੀਦ ਇੱਥੇ ਲੋਕ ਹੋਏ ਸਨ, ਤੇ ਇੱਥੇ ਹੀ ਇਹ ਮਦਫਨ ਹੈ। ਠੀਕ ਜੀ ਜੀ। ਬੜੀਆਂ ਸੁਣੀਆਂ ਜੀ ਅਸਾਂ ਨਾਜ਼ਰੀਨ ਕੀ ਤੁਸੀਂ ਮੁਖਤਸਰ ਟਾਈਮ ਵਿੱਚ ਬੜੀਆਂ ਤਫਸੀਲੀ ਗੱਲਾਂ ਕੀਤੀਆਂ ਜੀ। जी। मैं ऑलरेडी कैप्टन अब्दुल मालिक ओलंपियन एथलीट हूँ, खालिक साहब का छोटा भाई हूँ। स्कूल के ज़माने में खालिक साहब कबड्डी खेलते थे। 1949 में उन्होंने आर्मी ज्वाइन कर ली। वहाँ यूनिट में जाकर भी वो कबड्डी खेलते थे। जब ब्रिगेडियर राडन साहब को पता चला कि ये कबड्डी खेलते हैं, इसका गोटा ख़राब है, ब्रिगेडियर राडन साहब आर्मी के स्पोर्ट डायरेक्टर थे। उन्होंने इस पर पक्की पाबंदी लगा के तुम कबड्डी नहीं खेल सकते। 1954 में खालिक साहब ने आर्मी का 10.4 करके आर्मी का रिकॉर्ड किया। 1954 में लाहौर नेशनल मीट में 10.4 के पाकिस्तान का रिकॉर्ड किया। 1954 में फर्स्ट टाइम खालिक साहब एशियन मीट में मनीला गए। वहाँ उन्होंने 10.5 करके एशिया का रिकॉर्ड कायम किया, कौमी तराना बजवाया, कौमी फ्लैग एशिया में सबसे ऊपर हुआ। 1956 में एशिया इंडिया में ट्रायंगुलर मीट हुई, जिसमें खालिक साहब ने 100 और 200 मीटर में हिस्सा लिया। 2 दिन पहले लोकल पेपर में ये शाया हो गया 100 मीटर में खालिक का कोई मुकाबला नहीं, 200 मीटर में वो खालिक के पाँव की मट्टी देखेगा। दूसरे दिन तीसरे दिन जब गेम शुरू हुई, 100 मीटर खालिक साहब ने 10.5 करके फर्स्ट किया। 200 मीटर में खालिक साहब ने 21 करके पाकिस्तान का रिकॉर्ड किया। जब प्राइज डिस्ट्रीब्यूशन हुई, उस वक्त इंडिया के जो जवाहरलाल नेहरू साहब वज़ीर आज़म थे, उन्होंने इनाम दिया। 200 मीटर का जब इनाम दिया तो उस वक्त उन्होंने कहा ही इज़ द मैन फ्लाइंग बर्ड ऑफ एशिया। 1956 में फिर ओलंपिक गेम्स में ऑस्ट्रेलिया गए। वहाँ उन्होंने 100 मीटर में 10.5 किया और दूसरे दिन आउट हो गए। 200 मीटर में पहले दिन 21 करके हीट फर्स्ट की, दूसरे दिन 21 करके हीट करके फर्स्ट की। सेमीफाइनल में बदकिस्मती से वो चौथे नंबर पर हो गए, फाइनल ना भाग सके। लेकिन सुबह सवेरे अखबार में पहला सुर्खी थी कि गो अब्दुल खालिक पाकिस्तानी 200 मीटर भाग नहीं सका, लेकिन टाइम के लिहाज से इस मीट में वो फर्स्ट है। 1958 में एशियन गेम जकार्ता में मुनक्किद हुई। वहाँ भी खालिक साहब ने 100 मीटर में 10.5 करके दोबारा फिर अपना रिकॉर्ड बरकरार रखा। 1960 में रोम ओलंपिक जाने के लिए मेरी असली उम्र जो है, मैं 110 मीटर हडल करता हूँ। मैंने 100 मीटर का भी साथ ट्रायल दिया। हम दोनों, खालिक साहब की पहली लाइन थी, मेरी 8वीं थी। हम दोनों भाइयों ने तागे पे इकट्ठे पड़े। खालिक साहब ने तागा तोड़ लिया। मैंने कहा मैं फर्स्ट हूँ, खालिक साहब ने कहा मैं फर्स्ट हूँ। हमारा झगड़ा हो गया। मैं कहा मैं फर्स्ट हूँ, उन्होंने कहा मैं फर्स्ट हूँ। मैंने कहा मेरा घुटना आ गया है, उन्होंने कहा मैंने तागा तोड़ लिया है। ब्रिगेडियर राडन साहब का खामोश हो जाओ,
कड्डो ओए रील कड्डो, इसकी सफाई कराओ। रील साफ होकर आ गई। ब्रिगेडियर साहब ने कहा मालिक इधर देखो, ये खालिद साहब ने ताकत तोड़ी है। मैं कहा देखो ना साहब, मेरा घुटना लाइन से आ गया है। हालांकि खालिद साहब फर्स्ट ताकत उन्होंने तोड़ा है, फर्स्ट है। मैं जानबूझ कर ये करता था, सक्का भाई होकर भी हमारा ये झगड़ा होगा। वो कहते मैं फर्स्ट, मैन का मैं, वो फर्स्ट से। जी नाजरीन, असां नाल मौजूद न बर्ड ऑफ एशिया ने भतीजे सूबेदार मेजर रिटायर मोहम्मद इश्तियाक साहब। कुछ गल्लां असां की इश्तियाक साहब दस्सन जड़ियां कि उन्हें अपने बजुर्गों को सुनियां और अपने ख़ानदान ने जड़ियां कि सुनने आए। जी सर। बिस्मिल्लाहिर्रहमानिर्रहीम। जिस तरह के अहमद साहब ये मेरा तारुफ कराया है, मेरा नाम मोहम्मद सूबेदार मेजर मोहम्मद इश्तियाक। मैं सूबेदार अब्दुल खालक बर्ड ऑफ एशिया इंटरनेशनल एथलीटां दा भतीजा वां। गल्लां ते बजुर्गां ने इस तों पहले काफ़ी कुछ अपनी इस एज विच दस चुकियां, जिहड़े कि सन 84 साल की एज हो गई है। तो इस एज दे विच बोलना काफ़ी मुश्किल होंदा है। अल्हम्दुलिल्लाह असां इन्हां ने काफ़ी सोबत हासिल कीती है, इन्हां ने महफिलां कीतियां, ते इन्हां काफ़ी कुछ गल्लां असां की बजुर्गां दसियां ने कि असां जवानी च केह् कोई कीता है। वो इस खातर क्योंकि असां उस वक्त वजूद च ही नहीं सी। असां जिस वक्त ये गेम छोड़ गए ने उस तो बाद असीं पैदा होए हैं। सब तो पहले बजुर्गां दा स्टार्ट जिहड़ा सी वो इस खित्ते दे विच कबड्डी तो शुरू होया है। अपने इलाकाई बेस के उत्ते कबड्डी खेडते सन। बहुत ही शौक सी इन्हों दोवें भरा सूबेदार अब्दुल खालक साहब और अब्दुल मालिक साहब। इन्हों कबड्डी का इतना जनून सी कि इलाके दे विच प्लस फिर अपने डिवीजन दे अटक झेलम चकवाल हर पासे कबड्डी खेडते सन। बहुत शौक सी इन्हों। इन्होंने दौड़ शुरू तो ही मतलब एक अच्छी सी। एक दफ़ा इस तरह होया कि किसी एक मेले के उत्ते कबड्डी खेडे सन ते आर्मी के डायरैक्टर सन ब्रिगेडियर रांडम साहब, वो उस मेले ते आए। उन्होंने इत्थों आउण दा मकसद ये सी कि खिलाड़ियों का हर जगह तो चुनाव किया वंजे। मुख्तलिफ जगह तो जाते सन तो खिलाड़ियों का चुनाव करते सन, तो खिलाड़ियों फिर वो भर्ती कराते सन। वो फिर इन्हों सूबेदार अब्दुल खालक साहब उन्होंने इत्थों सिलेक्ट करके तायर लै गए। अटरली सेंटर के उन्होंने भर्ती करा दिता गया। रिक्रूटी के भी उन्होंने अल्हम्दुलिल्लाह की इतनी स्पीड सी कि ब्रिगेडियर राडम साहब उन्होंने ते बड़े खुश सन। सन 1954 दे विच उन्होंने एशियन गेम में हिस्सा लिया। ये गल्लां मैं दोबारा दोहरा रहा सही है कि ताकि मजीद तुहानूं क्लीयर हो जावन। तो उत्थे उन्होंने पाकिस्तान का रिकॉर्ड किया, नाल ही एशिया का रिकॉर्ड भी किया। उस तो इलावा 1956 दे विच ओलंपिक के उन्होंने हिस्सा लिया। आस्ट्रेलिया ओलंपिक होई सी, उस दे विच भी हिस्सा लिया। उस दे विच उन्होंने 10.5 टाइम किया और बहुत आला टाइम किया। सन 1958 दे विच फिर एशियन गेम में हिस्सा लिया। 1960 दे विच रूम ओलंपिक हिस्सा लिया। ताए अब्दुल खालक साहब दे अगर गिनती करिए तो नेशनल सतह के इतने मैडल ने कि हिसाब ही कोई नहीं। इंटरनेशनल मैडलों का अगर असां चुनाव करिए तो 36 इंटरनेशनल मैडल ने उन्होंने सोने दे, 15 इंटरनेशनल मैडल उन्होंने चांदी दे, तो 12 उन्होंने कांसी दे ब्राउन मैडल ने। ठीक है कि नहीं। अनबीटन मैन ऑफ वर्ल्ड का उन्होंने खिताब मिलिया। अनबीटन मैन ऑफ वर्ल्ड एक होंदा की है, मैं सो के नाल थोड़ा जिसका तारुफ कराना जावां। वो बंदा जिहड़ा यूरोप कंट्री दे विच यूरोप मीटां विच 11 मरतबा लगातार मुकाबले जिते, उसनूं उस वक्त अनबीटन मैन ऑफ वर्ल्ड का खिताब दिता गया। वो ये मुकाबले करने सन पे, तो जदों 11वां मुकाबला आया, 10 मुकाबले जिले जित चुके, तो नाल वाले संगियां ने कहा कि खालक साहब यह जो तुहानूं 11वां मुकाबला पे होना, इस विच बंदा तुहाडे तो जो टाइम ने लिहाज नाल वो अच्छा आ रहा, तो तुसीं इस तरह करो, ये मीट मिस करो तो अगली च कर लवो ताकि तुसां ये खिताब पक्का हो जाए। खालक साहब उत्थे कहा कि यार अज ही तो मज़ा उसी, ये तो जणिया ना कम ही नहीं कि तुसां मुकाबला आवे तो जना पिछा हट वन जाए, अज ही तो मज़ा उसी। खालक साहब उस मुकाबले दौड़े,
ਅਲਹਮਦੁਲਿਲਾ ਉੱਥੇ ਵੀ 10.4 ਸੈਕਿੰਡ ਨਾਲ ਟਾਈਮ ਕਰਕੇ ਤੇ ਉਹ ਮੁਕਾਬਲਾ ਵੀ ਜਿੱਤ ਗਏ ਤੇ ਉੱਥੇ ਅਨਬੀਟਨ ਮੈਨ ਆਫ ਵਰਲਡ ਦਾ ਉਹਨਾਂ ਕੀ ਖਿਤਾਬ ਮਿਲ ਗਿਆ। ਜਿਸ ਤਰ੍ਹਾਂ ਬਜ਼ੁਰਗਾਂ ਅੱਗੇ ਵੀ ਦੱਸਿਆ ਕਿ ਟ੍ਰੈਂਗੂਲਰ ਮੀਟ ਹੋ ਰਹੀ ਸੀ ਇੰਡੀਆ ਦੇ ਵਿੱਚ, ਉੱਥੇ ਈਰਾਨ, ਪਾਕਿਸਤਾਨ ਔਰ ਇੰਡੀਆ 3 ਮੁਲਕ ਸਨ। 100 ਮੀਟਰ 200 ਮੀਟਰ ਦਾ ਉਹਨਾਂ ਦਾ ਮੁਕਾਬਲਾ ਸੀ। ਤਾਂ ਅਖਬਾਰਾਂ ਦੇ ਵਿੱਚ ਇੰਡੀਆ ਇਸ ਕੰਮ ਵਿੱਚ ਬੜਾ ਤੇਜ਼ ਹੈ। ਉਹਨਾਂ ਨੇ ਅਖਬਾਰਾਂ ਵਿੱਚ ਸੁਰਖੀਆਂ ਲਾ ਦਿੱਤੀਆਂ ਕਿ ਸੁਬੇਦਾਰ ਅਬਦੁਲ ਖਾਲਕ ਦਾ 100 ਮੀਟਰ 'ਚ ਤਾਂ ਮੁਕਾਬਲਾ ਹੀ ਕੋਈ ਨਹੀਂ, ਤੇ ਜੇ 200 ਮੀਟਰ ਹੈ ਨਾ ਉਹਨਾਂ ਦਾ ਇੱਕ ਪੈਂਟੋ ਪਲੇਅਰ ਸੀ, ਤਾਂ ਉਹ ਪੈਂਟੋ ਦੇ ਪੈਰਾਂ ਦੀ ਮਿੱਟੀ ਨੂੰ ਦੇਖੇਗਾ। ਉਹਨਾਂ ਨੇ ਮਕਸਦ ਇਹ ਸੀ ਕਹਿਣ ਦਾ ਕਿ ਉਹ ਅਬਦੁਲ ਖਾਲਕ 200 ਮੀਟਰ 'ਚ ਇਤਨੇ ਕੁ ਉਸ ਤੋਂ ਪਿੱਛੇ ਹੋ ਸੀ ਕਿ ਜਿਹੜੀ ਉਸ ਦੀ ਪੈਂਟੋ ਦੇ ਪੈਰਾਂ ਦੀ ਸ਼ੂਜ਼ਾਂ ਦੀ ਜਿਹੜੀ ਮਿੱਟੀ ਹੈ ਨਾ ਉਸਨੇ ਚਿਹਰਿਆਂ ਤੇ ਲੱਗੀ ਖਾਲਕ ਸਾਹਿਬ ਦੇ। ਤੇ ਹੋਇਆ ਇਸ ਤਰ੍ਹਾਂ ਕਿ ਜਿਲੇ 200 ਮੀਟਰ ਸਟਾਰਟ ਹੋਈ, ਪਹਿਲੀ ਗੁਲਾਈ ਵਿੱਚ 90 ਗਜ਼ ਜਿਹੜਾ ਸਫ਼ਰ ਤਕਰੀਬਨ 90 ਗਜ਼ ਹੋ ਚੁੱਕਿਆ ਤੇ ਪੈਂਟੋ ਇਹਨਾਂ ਤੋਂ 3-4 ਗਜ਼ ਅੱਗੇ ਸੀ। ਉਸ ਤੋਂ ਬਾਅਦ ਵਾਲਾ ਸਾਹਿਬ ਦੱਸਦੇ ਨੇ ਕਿ ਵੱਲਾ ਆਲਮ ਖਾਲਕ ਸਾਹਿਬ ਉੱਡ ਕੇ ਗਏ ਨੇ, ਆਵਾਜ਼ ਗਏ ਨੇ ਜਾਂ ਕਿਸ ਤਰ੍ਹਾਂ ਗਏ ਨੇ, ਜਿਸ ਵਕਤ ਫਿਨਿਸ਼ ਹੋਈ ਹੈ ਤੇ 3 ਮੀਟਰ ਲੀਡ ਕਰਕੇ ਖਾਲਕ ਸਾਹਿਬ ਫਿਨਿਸ਼ ਕਰ ਗਏ। ਤੇ ਉਸ ਵਕਤ ਦੇ ਮੌਜੂਦਾ ਉਹਨਾਂ ਦੇ ਵਜ਼ੀਰ ਆਜ਼ਮ ਜਵਾਹਰ ਲਾਲ ਨਹਿਰੂ ਖਾਲਕ ਸਾਹਿਬ ਨੇ ਬਰਡ ਆਫ ਏਸ਼ੀਆ ਦਾ ਖਿਤਾਬ ਦਿੱਤਾ। ਇਸ ਤੋਂ ਇਲਾਵਾ ਜਦੋਂ ਵੀ ਪਹਿਲੇ ਸ਼ੁਰੂ ਜਦੋਂ ਇੰਟਰਨੈਸ਼ਨਲ ਸਤਹ ਤੇ ਜਾਂਦੇ ਸਨ ਤੇ ਉੱਥੇ ਜਦੋਂ ਮੀਟ ਜਿੱਤਦੇ ਸਨ ਤੇ ਉੱਥੇ ਖੁਸ਼ੀ ਦਾ ਇਜ਼ਹਾਰ ਕਿਸ ਤਰ੍ਹਾਂ ਕਰਦੇ। ਇਹ ਸਾਰੇ ਪਲੇਅਰ ਰਲ ਕੇ ਜਦੋਂ ਇੱਕ ਪਲੇਅਰ ਇਹ ਮੈਡਲ ਚੁੱਕਦਾ ਸੀ ਤੇ ਉੱਥੇ ਆਪਣੀ ਸਕਾਫਤੀ ਕੰਮ ਕਰਦੇ ਸਨ, ਲੁੱਡੀ ਪਾਣੇ, ਲੁੱਡੀ ਪਾ ਕੇ ਇਹ ਆਪਣਾ ਜੋਸ਼ ਉੱਥੇ ਵਧਾਣੇ ਸਨ ਤੇ ਇੱਕ ਦੂਜੇ ਨੂੰ ਮੁਬਾਰਕਬਾਦਾਂ ਇਹ ਦੇਣੇ ਸਨ। ਮਤਲਬ ਕਿ ਇਹ ਇਜਾਜ਼ਤ ਉਹਨਾਂ ਕੋਲ ਹੈ ਇਸਾ ਨਾਲ ਆਪਣੀ ਸਕਾਫਤ ਨੂੰ ਨਾ ਬਾਹਰ ਰੱਖਿਆ। ਇੱਕ ਦਫਾ ਬਜ਼ੁਰਗ ਦੱਸਦੇ ਨੇ ਖਾਲਕ ਸਾਹਿਬ ਕਿ ਮੈਂ ਇੱਕ ਦਫਾ ਮੁਕਾਬਲਾ ਜਿੱਤਿਆ ਤੇ ਮੈਨੂੰ ਇੱਕ ਯੂਰਪ ਕੰਟਰੀ ਦਾ ਬੰਦਾ ਪਲੇਅਰ ਸੀ, ਉਹ ਕਹਿੰਦਾ ਸੀ ਕਿ ਮੇਰੇ ਪਾਕਿਸਤਾਨ ਤੇ ਜ਼ਾਹਿਰ ਹੈ ਮੈਂ ਆਪਣੇ ਪਾਕਿਸਤਾਨ ਦੀ ਨੁਮਾਇੰਦਗੀ ਕਰ ਰਿਹਾ ਸਾਂ ਤੇ ਮੇਰੇ ਚੈਸਟ ਦੇ ਉੱਤੇ ਔਰ ਬੈਕ ਸਾਈਡ ਤੇ ਪਾਕਿਸਤਾਨ ਲਿਖਿਆ ਸੀ। ਆ ਮੁਲਕ ਦਾ ਆਪਣੇ ਦਾ ਨਾਂ ਲਿਖਿਆ ਹੁੰਦਾ ਹੈ। ਉਹ ਮੈਨੂੰ ਕਹਿੰਦਾ ਉਹ ਮਿਸਟਰ ਪਾਕਿਸਤਾਨ ਕਮ ਹੀਅਰ। ਮੈਂ ਉਸਦੇ ਕੋਲ ਗਿਆ, ਮੈਂ ਉਸਨੂੰ ਇਹ ਕਿਹਾ ਕਿ ਯਾਰ ਪਾਕਿਸਤਾਨ ਮੇਰਾ ਨਾਂ ਨਹੀਂ ਹੈ, ਪਾਕਿਸਤਾਨ ਮੇਰੇ ਮੁਲਕ ਦਾ ਨਾਂ ਹੈ। ਤੇ ਇੱਥੋਂ ਜ਼ਾਹਿਰ ਇਹ ਹੁੰਦਾ ਹੈ ਕਿ ਉਸ ਵਕਤ ਪਾਕਿਸਤਾਨ ਦਾ ਨਾਮ ਇੰਟਰਨੈਸ਼ਨਲ ਸਤਹ ਤੇ ਬਹੁਤ ਘੱਟ ਜਾਣਿਆ ਜਾਂਦਾ ਸੀ ਤੇ ਉੱਥੇ ਵੀ ਇਹਨਾਂ ਨੇ ਆਪਣੇ ਮੁਲਕ ਦੀ ਨੁਮਾਇੰਦਗੀ ਕਰਕੇ ਪਾਕਿਸਤਾਨ ਦੇ ਝੰਡੇ ਲਹਿਰਾਏ ਨੇ ਤੇ ਪਾਕਿਸਤਾਨ ਨੂੰ ਦੁਨੀਆ ਦੇ ਉੱਤੇ ਦੱਸਿਆ ਹੈ ਕਿ ਪਾਕਿਸਤਾਨ ਵੀ ਕੋਈ ਮੁਲਕ ਹੈ। ਇਹਨਾਂ ਨੇ ਦੌੜਾਂ ਨੂੰ ਅਗਰ ਲਿਆ ਵੰਜੇ, ਯਕੀਨ ਕਰ ਲਓ, ਇਹ ਦੱਸਦੇ ਨੇ, ਹੁਣ ਵੀ ਬਜ਼ੁਰਗ ਦੱਸਦੇ ਨੇ ਕਿ ਜਿਹੜੀ ਚੀਜ਼ਾਂ ਅੱਜ ਨੇ ਮਿਸਾਲ ਦੇ ਤੌਰ ਤੇ ਫੈਸਿਲਿਟੀਆਂ ਨੇ ਜਿਹੜੀਆਂ ਅੱਜ ਕੱਲ੍ਹ ਸਹੂਲਤਾਂ ਨੇ ਗਰਾਊਂਡਾਂ ਦੀਆਂ ਹੋ ਰਹੀਆਂ ਜਾਂ ਡਾਈਟਿੰਗ ਹੋ ਗਈ ਜਾਂ ਅਸਾਂ ਜਿਹੜੇ ਰਨਿੰਗ ਸ਼ੂਜ਼ ਪਾ ਕੇ ਦੌੜਦੇ ਹੁੰਦੇ ਸਾਂ ਉਹ ਚੀਜ਼ਾਂ ਹੋ ਗਈਆਂ। ਇਹ ਸਾਰੀਆਂ ਚੀਜ਼ਾਂ ਅਗਰ ਮੌਜੂਦਾ ਦੌਰ ਦੀਆਂ ਉਸ ਵਕਤ ਸਾਡੇ ਕੋਲ ਹੁੰਦੀਆਂ ਤੇ ਸ਼ਾਇਦ ਹੀ ਸਾਡਾ ਵਰਲਡ ਰਿਕਾਰਡ ਕੋਈ ਜਣਾ ਬੀਟ ਕਰੇ। ਯਾਰ ਸਾਡੇ ਕੋਲ ਕੁਦਰਤੀ ਸਲਾਹੀਤਾਂ ਸਨ, ਅਸਾਂ ਲੱਸੀਆਂ ਪੀ ਕੇ ਤੇ ਘਰਾਂ ਨੇ ਘਿਓ ਖਾ ਕੇ ਵੱਡੇ ਆ ਤੇ ਮਾਂ ਪਿਓ ਦੀਆਂ ਅਸਾਂ ਦਵਾਵਾਂ ਲਈਆਂ ਤੇ ਸਾਡੇ 'ਚ ਕੁਦਰਤੀ ਸਲਾਹੀਤਾਂ ਸਨ। ਅਸਾਂ ਇਸ ਵਜ੍ਹਾ ਤੋਂ ਜਾ ਕੇ ਉੱਥੇ ਆਪਣੇ ਨਾਂ ਰੋਸ਼ਨ ਕੀਤੇ ਨੇ ਤੇ ਮੁਲਕ ਪਾਕਿਸਤਾਨ ਦਾ ਅਸਾਂ ਨਾਂ ਰੋਸ਼ਨ ਕੀਤੇ। ਤੇ ਇਹ ਸਹੂਲਤਾਂ ਅਫਸੋਸ ਕਿ ਸਹੂਲਤਾਂ ਸਾਡੇ ਅਸਾਂ ਉਸ ਵਕਤ ਪਾਕਿਸਤਾਨ ਵਿੱਚ ਆਈਆਂ ਨੇ ਜਦੋਂ ਅਸਾਂ ਗੇਮਾਂ ਛੋੜ ਚੁੱਕੇ ਹਾਂ। ਇਹ ਆਸਟੋ ਟਰਫ ਵਿਚ ਕੇ ਨੇ, ਟਾਟਨ ਟਰੈਕ ਵਿਚ ਕੇ ਨੇ। ਇਹ ਅਸਾਂ ਯਕੀਨ ਕਰ ਲਓ, ਇਹ ਸਾਨੂੰ ਹੁਣ ਗੱਪਾਂ ਸੁਣਾਉਂਦੇ ਨੇ ਬਜ਼ੁਰਗ ਕਿ ਯਕੀਨ ਕਰ ਲਓ ਬੜਾ ਹੀ ਅਫਸੋਸ ਹੈ ਸਾਨੂੰ ਕਿ ਸ਼ਾਇਦ ਇੱਕ ਟਾਈਮ ਹੁਣ ਹੁੰਦਾ ਸਾਡੇ ਤੇ ਤਾਂ ਅਸਾਂ ਕੁਝ ਕਰਕੇ ਦਸੀਏ ਯਾਰ, ਮਜ਼ੀਦ ਅਸਾਂ ਕੀਤਾ ਤਾਂ ਅਸਾਂ ਅੱਗੇ ਵੀ ਬਹੁਤ ਕੁਛ ਹੈ ਲੇਕਿਨ ਅਸਾਂ ਮਜ਼ੀਦ ਕੁਝ ਹੋਰ ਇਹਨਾਂ ਨੂੰ ਦਸੀਏ। ਇਹਨਾਂ ਕੀ ਇਨਾਮ ਵਿੱਚ ਮੈਡਲ ਔਰ ਕੱਪ ਮਿਲੇ ਨੇ, ਕੁਝ ਉਸ ਟਾਈਮ ਨੇ, ਕੁਝ ਹੁਣ ਨੇ, ਉਸਨੇ ਬਾਰੇ ਜਿਹੜੀ ਮੁਕੰਮਲ ਤਫਸੀਲ ਹੈ ਉਹ ਅਸਾਂ ਕੀ ਇਹਨਾਂ ਨੇ ਭਤੀਜੇ ਦੱਸਣ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸਣੇ ਚਾਹੁੰਦਾ ਕਿ ਇਹ ਜਿਹੜੀ ਪਿਕਚਰ ਹੈ
सही नज़र आ रही है, ये बर्ड ऑफ एशिया नहीं है। और मेरे ख्याल में तुसां कोल एक ही पिक्चर है जी जी। इस तो बाद मजीद तारफ तुसां कराओ जड़ियां तस्वीरां। ਇਹ ਬਰਡ ਆਫ ਏਸ਼ੀਆ ਸਰਦਾਰ ਅਬਦੁਲ ਖਾਲਕ ਸਾਹਿਬ ਦੀ ਤਸਵੀਰ ਹੈ। जी जी ਇਹ ਉਹਨਾਂ ਦੇ ਛੋਟੇ ਭਾਈ ਆਂਡੀ ਕੈਪਟਨ ਅਬਦੁਲ ਮਾਲਿਕ ਸਾਹਿਬ, ਜੀ। ਜਿਹੜੀ ਹੁਣ ਮੌਜੂਦਾ ਹੀ ਪਿੰਡੀ ਵਿੱਚ ਮੈਰਾਥਨ ਰੇਸ ਹੋਈ ਸੀ। अच्छा ਇਹ ਸਪੈਸ਼ਲ ਕ੍ਰੈਡਿਟ ਡੀਸੀ ਰਾਵਲਪਿੰਡੀ ਸਾਹਿਬ ਨੂੰ ਜਾਂਦਾ ਹੈ, ਉਹਨਾਂ ਨੇ ਕਰਾਈ ਸੀ ਤੇ ਉੱਥੇ ਇਹ ਚੀਫ ਗੈਸਟ ਸਨ, माशाल्लाह ਉੱਥੇ ਮੁਨਾਕਤ ਕਰਾਈ। ठीक ਤੇ ਜਿੱਥੇ ਤੱਕ ਤਲਕ ਕਿ ਕੱਪਾਂ ਦਾ जी ਕੱਪ ਬੇਇੰਤਹਾ ਸਨ ਸਾਡੇ ਕੋਲ। ਉਸ ਵਕਤ ਦੌਰ ਐਸਾ ਸੀ ਕਿ ਇਹਨਾਂ ਦੀ ਐਡੀ ਮਤਲਬ ਹੈ ਕਿ ਕੋਈ ਨਹੀਂ ਸੀ, ਤੇ ਜਿਹੜੇ ਕੋਈ ਬੱਚੇ ਖੁੱਚੇ ਸਾਡੇ ਕੋਲ ਘੇਰ ਰਹਿ ਨਹੀਂ ਗਏ ਹੋ ਸਨ, ਸਕੀ। ਘੇਰ ਨਹੀਂ ਹੋ ਸਕੀ, ਤਾਂ ਸਾਨੂੰ ਬੱਚੇ ਖੁੱਚੇ ਸਨ, ਉਹ ਅਸਾਂ ਸੰਭਾਲ ਕੇ ਫਿਰ ਇੱਥੇ ਇਹ ਰੱਖ ਲਏ। ठीक हो गया, ਤੇ ਇਹ ਸਾਡੇ ਵਾਲਦ ਸਾਹਿਬ ਆਂਡੀ ਕੈਪਟਨ सही है ਅਬਦੁਲ ਮਾਲਿਕ ਸਾਹਿਬ ਨੇ। माशाल्लाह। ਜੀ। ਤੇ ਮਜ਼ੀਦ ਇਹ ਕੁਝ ਸ਼ੀਲਡਾਂ ਨੇ ਜਿਹੜੀਆਂ ਸਾਨੂੰ ਉਹਨਾਂ ਦੇ ਐਜ਼ਾਜ਼ ਹਨ, ਇਹ ਸੰਤਾਂ ਵਗੈਰਾ ਜਿਹੜੀਆਂ ਇਹ ਸਾਨੂੰ ਮਿਲੀਆਂ ਸਨ, ਤੇ ਅਸਾਂ ਫਿਰ ਇਹਨਾਂ ਨੂੰ ਕਲੋਜ਼ ਕਰਕੇ ਆਪਾਂ ਕੋ ਰੱਖ ਲਿਆ ਕਿ ਸਾਡੇ ਕੋਲ ਮਜ਼ੀਦ ਸਾਡੇ ਕੋਲ ਆਇੰਦਾ ਹਸਤਾ ਹੈ, ਆਇੰਦਾ ਨਸਲ ਵਿੱਚ ਸਾਡੇ ਕੋਲ ਰਵੇ। ठीक उस साइड पे भी लगा जी, वो चेक करो। ਇਹ ਕੁਝ ਜਿਸ ਤਰ੍ਹਾਂ ਮੈਂ ਅੱਗੇ ਕੱਪਾਂ ਦਾ ਤਾਰਫ ਕਰਾ ਰਿਹਾ ਸਾਂ, ਇਸੇ ਤਰ੍ਹਾਂ ਇਹ ਕੁਝ ਮੈਡਲ ਨੇ ਜਿਹੜੇ ਕੁਝ ਮੌਜੂਦਾ ਸਾਡੇ ਦੌਰ ਦੇ ਨੇ, ਕੁਝ ਬਜ਼ੁਰਗਾਂ ਦੇ ਦੌਰ ਦੇ ਨੇ, ਠੀਕ ਹੈ। ਤੇ ਸਾਨੂੰ ਜਿਸ ਤਰ੍ਹਾਂ ਮਿਲੇ ਨੇ ਅਸਾਂ ਇਹਨਾਂ ਨੂੰ ਸੇਵ ਕਰਕੇ ਲਾ ਲਿਆ। सही हो गया। ये तस्वीर तुसा नहीं है ਜੀ ਇਹ ਤਸਵੀਰ ਮੇਰੀ ਹੈ। ਇਹ ਵਾਲਦ ਸਾਹਿਬ ਰਿਆਣੀ ਕੈਪਟਨ ਅਬਦੁਲ ਮਾਲਿਕ ਸਾਹਿਬ ਦੀ ਤਸਵੀਰ ਹੈ। ਜਨਰਲ ਰਾਹਿਲ ਸ਼ਰੀਫ ਸਾਹਿਬ ਨੇ ਇਹਨਾਂ ਨੂੰ ਸਪੈਸ਼ਲ ਬੁਲਾਇਆ ਸੀ ਉੱਥੇ GHQ ਦੇ ਵਿੱਚ, ਉੱਥੇ ਉਹਨਾਂ ਨੂੰ ਮੁਲਾਕਾਤ ਹੋਈ ਸੀ। सही है। ਹਾਂਜੀ। ते ਤੇ ਕੁਝ ਮੈਡਲ ऊपर कर जी ਉਹ ਉੱਤੇ ਲੱਗੇ ਨੇ। जी जी। हाँ इस ची पिक्चर ਜੀ ਜੀ ਕੁਝ ਗੇਮ ਦੀਆਂ ਹੈ ਨੇ, ਕੁਝ ਦੂਸਰੀਆਂ ਨੇ। अच्छा ये मतलब सारी गैलरी जड़ी है वो इन्हां दी सर्विस नहीं। ਜੀ ਜੀ ठीक हो गया जी, बहुत शुक्रिया। ਰਜ਼ਾਕ ਹਾਂ ਜੀ ਖਾਲਕ ਸਾਹਿਬ ਨਾਲ। ਮੈਂ ਸਭ ਤੋਂ ਛੋਟਾ ਬੇਟਾ ਵਾਂ ਤੇ ਮੈਂ ਫਿਜ਼ੀਕਲ ਟੀਚਰ ਹਾਂ ਇੱਥੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਤੇ ਖਾਲਕ ਸਾਹਿਬ ਤੇ ਪ੍ਰੋਗਰਾਮ ਬਣਾਉਣ ਵਾਸਤੇ ਇਸ ਧਰਤੀ ਤੇ ਤੁਸੀਂ ਤਸ਼ਰੀਫ ਲਾਏ ਹੋ। ਤੇ ਖਾਲਕ ਸਾਹਿਬ ਤਾਂ ਆਪਣਾ ਵਕਤ ਜਿਹੜਾ ਗੁਜ਼ਾਰ ਕੇ ਚਲੇ ਗਏ, ਲੇਕਿਨ ਜ਼ਰੂਰਤ ਇਸ ਅੰਬਰ ਨਹੀਂ ਹੈ ਕਿ ਉਹਨਾਂ ਨੇ ਨਾ ਕਿ ਜਿਹੜਾ ਨਾ ਅਸੀਂ ਉਜਾਗਰ ਰੱਖੀ ਹੈ। तो उस हवाले नाल अगर असीं हुण तक है तो इंडिया ने अपने मिल्खा सिंह वास्ते उसते फिल्म भी बड़ा छुड़ी, लेकिन असां पाकिस्तान में अजे तक भी खालक साहब वास्ते कुछ भी ना कर सके। मैं चाहना कि हुकूमत इस चीज़ ते कोई कोशिश करे, इस गल्ला ते कोई ध्यान दे। खालक साहब ते फिल्म भी बढ़ावे, कोई इन्हां ते कोई किताबां लिखियां वंजन। चकवाल विच एक स्टेडियम बनाया गया तो मैं चाहना कि वो वालद साहब ने नां ते जिहड़ा ना मुख्तास कीता वंजे, उन्होंने नां तो उसें रखिया वंजे। उस तो बाद कोई किताब लिखी बन जाए। इस तरह कुछ लोग हैं जिन्हें खालक साहब ने काम किया। तारीख चकवाल किसी किताब लिखी है बड़ी अच्छी, उस खालक साहब ने बड़ा अच्छा जिक्र किया गया, उन्होंने मैडल ने बारे दसिया गया। उस तो बाद मैं हूँ 17 ना तू अजहर मलक ते ऐमा बेग ना एक गाना अगले दिन एक बनाया पाकिस्तानी जितने भी हीरोज उन्होंने जिक्र किया। उस मैं उन्होंने शुक्रिया तुसां ने प्रोग्राम ने तो उन्होंने शुक्रिया अदा करना कि उन्होंने खालक साहब ते प्रोग्राम किया। मैं चाहना कि इस तरह पूरे मुल्क ने नौजवान जितने भी हैं वो इस तरह ने प्रोग्राम करने रहन, अपने हीरोज ना वो जिक्र करने रहन, ताकि असां आने वाली नस्लां जिहड़ियां वो भी स्पोर्ट्स नी तरफ जो है ना रजू कर सकन। मेहरबानी। असां अज हाज़र हाँ जनाब साहू ग्राम में जड़ा दाखरी जंद विच है, तहसील व ज़िला चकवाल अंदर ग्रां आना। असां अज नंबरदार जनाब गुलाम मुर्तज़ा साहब ने डेरे ते मौजूद हाँ, तो असां मजीद मालूमात इन्हां कोल घिनने आओ, इन्हां कोल आके पुछने आ। जी नंबरदार साहब। मेरी तरफों तमाम जिहड़ा ये प्रोग्राम तक रहे नाजरीन हाजरीन, मैं सब तो पहले उन्हें सलाम पेश करना और मेरे साथ साढ़े बुजुर्ग सैयद शाह अली साहब अकबर अली साहब बैठे और साढ़े बड़े भाई नंबरदार गुलाम अली बैठे और अरशद महमूद बैठे और भाई फैसल शेरखवान लाहौरी बैठे, ये भी मेरे मेहमान हैं। और सब तो पहले मैं शुक्रिया अदा करना पटवारी विरसा चैनल वालियां दा, चौधरी तैर साहब दा और
अहमद नवाज राणा साहब दा। और दोबारा इन्होंने फिर मैं शुक्रिया अदा करना कि असां कोल आए